ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੁਝ ਪ੍ਰਚਾਰਕ ਵੀਰ ਅਕਸਰ ਇਹ ਗੱਲ ਆਖਦੇ ਹਨ ਕਿ ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ 10 ਗੁਰੂ ਸਾਹਿਬਾਨਾਂ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਹੈ, ਬਲਕਿ ਕੁਝ ਕੁ ਪ੍ਰਚਾਰਕ ਸੱਜਣਾ ਨੇ ਤੇ ਪੰਕਤੀਆਂ ਦੀ ਗਿਣਤੀ ਕਰਨ ਦਾ ਦਾਅਵਾ ਵੀ ਕੀਤਾ ਹੈ ਕਿ 2.5 ਲੱਖ ਪੰਕਤੀਆਂ ਭਾਈ ਸੰਤੋਖ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਔਰ ਬਾਕੀ ਦੇ 10 ਗੁਰੂ ਸਾਹਿਬਾਨਾਂ ਦੀ ਉਸਤਤ ਦੇ ਵਿੱਚ ਉਚਾਰਨ ਕੀਤੀਆਂ ਹਨ। ਪਰ ਨਾਲ ਦੀ ਨਾਲ ਇਹ ਵੀ ਮੰਨਦੇ ਹਨ ਕਿ ਕੁਝ ਇੱਕ ਗਲਤੀਆਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਹੋ ਸਕਦੀਆਂ ਹਨ। ਦੇਖੋ, ਇਤਿਹਾਸ ਲਿਖਣ ਵੇਲੇ ਜਦੋਂ ਅਸੀਂ ਗਲਤੀਆਂ ਦੀ ਗੱਲ ਕਰਾਂਗੇ, ਉਹ ਗਲਤੀਆਂ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਤਰ੍ਹਾਂ ਦੀ ਗਲਤੀ ਜਿਹੜੀ ਹੈ ਉਹ ਤੇ ਮੁਆਫ ਕੀਤੀ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ ਇਤਿਹਾਸ ਲਿਖਣ ਵੇਲੇ ਕਿਸੇ ਇਤਿਹਾਸਕਾਰ ਨੇ ਕੋਈ ਤਾਰੀਖ ਗਲਤ ਦੇ ਦਿੱਤੀ ਹੋਵੇ, ਕੋਈ ਅਸਥਾਨ ਗਲਤ ਦੇ ਦਿੱਤਾ ਹੋਵੇ, ਕੋਈ ਨਾਮ ਕਿਸੇ ਇਤਿਹਾਸਕ ਪਾਤਰ ਦਾ ਗਲਤ ਲਿਖ ਦਿੱਤਾ ਹੋਵੇ, ਇਹੋ ਜਿਹੀਆਂ ਗਲਤੀਆਂ ਦੇ ਸੰਬੰਧ ਵਿੱਚ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਗਲਤੀਆਂ ਮੁਆਫ ਕੀਤੀਆਂ ਜਾ ਸਕਦੀਆਂ ਹਨ ਕਿ ਜਿਹੋ ਜਿਹੀ ਜਾਣਕਾਰੀ ਉਸ ਇਤਿਹਾਸਕਾਰ ਦੇ ਕੋਲ ਸੀ, ਉਸੇ ਦੇ ਹਿਸਾਬ ਦੇ ਨਾਲ ਉਸਨੇ ਕਾਵਿ ਰੂਪ ਦੇ ਵਿੱਚ ਇਹ ਇਤਿਹਾਸ ਲਿਖ ਦਿੱਤਾ। ਉਹ ਇੱਕ ਵੱਖਰਾ ਵਿਸ਼ਾ ਹੈ। ਜਿਵੇਂ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ, ਜਦ ਕਿ ਬਹੁਤੇ ਇਤਿਹਾਸਕਾਰ ਵੈਸਾਖ ਦਾ ਗੁਰੂ ਸਾਹਿਬ ਜੀ ਦਾ ਜਨਮ ਮੰਨਦੇ ਹਨ। ਔਰ ਇਸੇ ਤਰੀਕੇ ਦੇ ਨਾਲ ਜਿਹੜੇ ਸਾਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਨਾਮਾਂ ਦੀ ਤਰਤੀਬ ਸੰਤੋਖ ਸਿੰਘ ਨੇ ਦਿੱਤੀ ਹੈ, ਉਸ ਤਰਤੀਬ ਦੇ ਨਾਲ ਵੀ ਬਹੁਤੇ ਇਤਿਹਾਸਕਾਰ ਸਹਿਮਤ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ, ਜੋ ਕਿ ਤਲਵੰਡੀ ਵਿਖੇ, ਰਾਏਭੋਇ ਦੀ ਤਲਵੰਡੀ ਵਿਖੇ ਹੋਇਆ ਸੀ, ਸੰਤੋਖ ਸਿੰਘ ਨੇ ਉਹ ਵਿਆਹ ਜਿਹੜਾ ਹੈ ਸੁਲਤਾਨਪੁਰ ਵਿਖੇ ਹੋਣਾ ਲਿਖਿਆ ਹੈ। ਇਹੋ ਜਿਹੀਆਂ ਕੁਝ ਇਤਿਹਾਸਕ ਘਟਨਾਵਾਂ ਜਿੱਥੇ ਤਾਰੀਖਾਂ ਦਾ ਜ਼ਿਕਰ ਹੋਵੇ, ਸਥਾਨਾਂ ਦਾ ਜ਼ਿਕਰ ਹੋਵੇ, ਨਾਮਾਂ ਦਾ ਜ਼ਿਕਰ ਹੋਵੇ, ਉਹਨਾਂ ਦੇ ਸੰਬੰਧ ਵਿੱਚ ਕਿਸੇ ਦੇ ਨਾਲ ਕਿਸੇ ਇਤਿਹਾਸਕਾਰ ਦਾ ਮਤਭੇਦ ਹੋਵੇ, ਉਹ ਤੇ ਗੱਲ ਸਮਝੀ ਜਾ ਸਕਦੀ ਹੈ। ਪਰ ਸੰਤੋਖ ਸਿੰਘ ਨੇ ਜਿੱਥੇ ਇਹ ਗਲਤੀਆਂ ਕੀਤੀਆਂ ਹਨ ਆਪਣੇ ਇਸ ਇਤਿਹਾਸ ਦੇ ਅੰਦਰ, ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ, ਉੱਥੇ ਸੰਤੋਖ ਸਿੰਘ ਨੇ ਦੂਸਰੇ ਕਿਸਮ ਦੀ ਗਲਤੀ ਜਿਹੜੀ ਹੈ ਉਹ ਬਾਰ-ਬਾਰ ਦੁਹਰਾਈ ਹੈ। ਔਰ ਦੂਸਰੇ ਕਿਸਮ ਦੀ ਗਲਤੀ ਜਿਹੜੀ ਹੈ ਉਹ ਹੈ ਜਿਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਮੁਆਫ ਨਹੀਂ ਕੀਤਾ ਜਾ ਸਕਦਾ। ਉਹ ਹੈ ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਦੇ ਉੱਤੇ, ਉਹਨਾਂ ਦੇ ਜੀਵਨ ਦੇ ਉੱਤੇ, ਉਹਨਾਂ ਦੇ ਆਚਰਣ ਦੇ ਉੱਤੇ ਥਾਂ-ਥਾਂ ਦੇ ਉੱਤੇ ਦਾਗ ਲਗਾਉਣੇ। ਹੁਣ ਤੁਸੀਂ ਕਿਸੇ ਮਨੁੱਖ ਦੀ ਵਡਿਆਈ ਕਰਨ ਲੱਗੇ ਉਸ ਦੀਆਂ 100 ਸਿਫਤਾਂ ਲਿਖਦੇ ਹੋ ਤੇ 100 ਸਿਫਤਾਂ ਲਿਖਣ ਤੋਂ ਬਾਅਦ ਦੇ ਵਿੱਚ ਜਾ ਕੇ ਇੱਕ ਜਗ੍ਹਾ ਤੇ ਤੁਸੀਂ ਜਾ ਕੇ ਇਹ ਲਿਖ ਦਿਓ ਕਿ ਉਹ ਮਨੁੱਖ ਜਿਹੜਾ ਹੈ ਉਹ ਕਿਸੇ ਦੀ ਲੜਕੀ ਨੂੰ ਕੱਢ ਕੇ ਲੈ ਕੇ ਚਲਾ ਗਿਆ, ਜਾਂ ਜਿਸ ਦੀਆਂ ਤੁਸੀਂ ਸਿਫਤਾਂ ਕਰੋ ਉਹਦੀਆਂ ਸਿਫਤਾਂ ਕਰਦਿਆਂ ਵਿੱਚ ਤੁਸੀਂ ਇਹੋ ਜਿਹੇ ਲੇਖ ਲਿਖਦੇ ਹੋ, ਇਹੋ ਜਿਹੇ ਅੱਖਰ ਲਿਖਦੇ ਹੋ ਕਿ ਉਹ ਸੱਜਣ ਜਿਹੜਾ ਹੈ ਉਹ ਨਸ਼ੇੜੀ ਸੀ, ਉਹ ਨਸ਼ਿਆਂ ਦੀ ਵਰਤੋਂ ਕਰਨ ਵਾਲਾ ਸੀ, ਭੰਗ ਦੀ ਵਰਤੋਂ ਕਰਨ ਵਾਲਾ ਸੀ, ਅਫੀਮ ਦੀ ਵਰਤੋਂ ਕਰਨ ਵਾਲਾ ਸੀ। ਇਹ ਉਹ ਗਲਤੀਆਂ ਹਨ ਜਿਹੜੀਆਂ ਕਿਸੇ ਵੀ ਹਾਲਤ ਦੇ ਵਿੱਚ ਮੁਆਫ ਨਹੀਂ ਕੀਤੀਆਂ ਜਾ ਸਕਦੀਆਂ। ਕਿਸੇ ਮਨੁੱਖ ਦੀਆਂ ਕੀਤੀਆਂ ਹੋਈਆਂ 100 ਸਿਫਤਾਂ ਵੀ ਕਿਸ ਕੰਮ ਆਉਣਗੀਆਂ।
ਜਦ ਕਿ ਉਹ ਸਿਫਤਾਂ ਕਰਦਾ ਕਰਦਾ ਜਿਸ ਦੀਆਂ ਸਿਫਤਾਂ ਗਾਉਂਦਾ ਹੈ ਉਸ ਨੂੰ ਕਿਧਰੇ ਅਫੀਮਚੀ ਕਹਿ ਦੇਵੇ, ਉਸ ਨੂੰ ਕਿਧਰੇ ਭੰਗੀ ਕਹਿ ਦੇਵੇ, ਕਿਧਰੇ ਨਸ਼ੇੜੀ ਕਹਿ ਦੇਵੇ, ਕਿਧਰੇ ਉਸ ਦੇ ਆਪਣੇ ਆਚਰਣ ਦੇ ਉੱਤੇ ਜਿਹੜਾ ਹੈ ਉਹ ਦਾਗ ਲਗਾ ਦੇਵੇ। ਇਹ ਗਲਤੀ ਸੰਤੋਖ ਸਿੰਘ ਨੇ ਬਾਰ-ਬਾਰ ਗੁਰ ਇਤਿਹਾਸ ਦੇ ਅੰਦਰ ਕੀਤੀ ਹੈ। ਖਾਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਬਾਰ-ਬਾਰ ਇਸ ਤਰੀਕੇ ਦੇ ਨਾਲ ਕਲੰਕਿਤ ਕੀਤਾ ਗਿਆ ਹੈ। ਉਸੇ ਦਾ ਇੱਕ ਨਮੂਨਾ ਮੈਂ ਅੱਜ ਆਪ ਜੀ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਦਿਖਾਉਣਾ ਚਾਹੁੰਦਾ ਹਾਂ ਕਿ ਕਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਕਲਮਬੰਦ ਕਰ ਰਿਹਾ ਹੈ। ਬਿਨਾਂ ਸ਼ੱਕ ਬਾਰ-ਬਾਰ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਦੇ ਵਿੱਚ, ਉਹਨਾਂ ਦੀਆਂ ਸਿਫਤਾਂ ਦੇ ਵਿੱਚ ਕਵਿਤ, ਸਵਈਏ, ਚੌਪਈਆਂ ਸੰਤੋਖ ਸਿੰਘ ਨੇ ਉਚਾਰਨ ਕੀਤੀਆਂ ਹਨ। ਪਰ ਸਤਿਗੁਰਾਂ ਦੀਆਂ ਸਿਫਤਾਂ ਗਾਉਂਦਾ ਗਾਉਂਦਾ ਕਿਧਰੇ ਕਿਧਰੇ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਨਸ਼ੇੜੀ ਵੀ ਉਹ ਸਾਬਤ ਕਰ ਰਿਹਾ ਹੈ। ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਸ ਅਧਿਆਏ ਦੀ ਮੈਂ ਗੱਲ ਕਰਨ ਲੱਗਾ ਹਾਂ। ਇਹ ਅਧਿਆਏ ਹੈ ਸੂਰਜ ਪ੍ਰਕਾਸ਼ ਗ੍ਰੰਥ ਔਰ ਰੁੱਤ ਦੂਸਰੀ ਹੈ ਔਰ 24ਵਾਂ ਅਧਿਆਏ ਹੈ ਆਨੰਦਪੁਰ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ। ਇਹ ਇਸ ਅਧਿਆਏ ਦਾ ਨਾਮ ਹੈ। ਔਰ ਇਸ ਅਧਿਆਏ ਦੇ ਵਿੱਚ ਜਿਸ ਵੇਲੇ ਤੁਸੀਂ 16ਵੇਂ ਪਦੇ ਦੇ ਉੱਤੇ ਪਹੁੰਚੋਗੇ, ਉੱਥੇ ਲਿਖਿਆ ਮਿਲਦਾ ਹੈ ਕਿ ਅਚਿਓ ਸਵਾਦ ਮਨ ਭਾਵ ਤੇ ਸ਼ੁੱਧ ਤੇ ਤ੍ਰਿਪਤਾਏ, ਢਰੇ ਦੁਪਹਿਰੇ ਸਤਿਗੁਰੂ ਲੋਚਨ ਅਲਸਾਏ। ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੁਪਹਿਰ ਦੇ ਵੇਲੇ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਰਾਮ ਕਰਨ ਵਾਸਤੇ ਲੇਟ ਗਏ। ਪੌਡੇ ਮਿਰਦਲ ਪਰਿਅੰਕ ਕਰ ਕੁਸ਼ਕੀਨ ਆਰਾਮੂ, ਸਵਾ ਜਾਮ ਦਿਨ ਕੇ ਰਹੇ ਜਾਗੇ ਸੁਖ ਤਾਮੂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਰਾਮ ਕਰਨ ਵਾਸਤੇ ਲੇਟੇ ਔਰ ਜਿਸ ਵੇਲੇ ਸਵਾ ਪਹਿਰ ਦਿਨ ਜਿਹੜਾ ਸੀ ਬਾਕੀ ਰਹਿ ਗਿਆ, ਸੂਰਜ ਛਪਣ ਦੇ ਵਿੱਚ ਤਕਰੀਬਨ 4 ਕੁ ਘੰਟੇ ਦਾ ਸਮਾਂ ਬਾਕੀ ਰਹਿ ਗਿਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉੱਠੇ ਹਨ, ਜਾਗੇ ਹਨ। ਔਰ ਜਾਗ ਕੇ ਸੰਤੋਖ ਸਿੰਘ ਲਿਖਦਾ ਕਿ ਗਰੀ ਬਦਾਮਨ ਆਏਗਨ ਰਗੜੀ ਸ਼ਰਦਾਈ, ਬਿਜੀਆ ਆਦਿਕ ਜਿਹ ਅਦਕ ਤਿਸ ਬੀਚ ਕੁਟਾਈ। ਉਸ ਵੇਲੇ ਕਹਿੰਦੇ ਨੇ ਬਦਾਮਾਂ ਦੀਆਂ ਗਿਰੀਆਂ ਪਾ ਕੇ ਸ਼ਰਦਾਈ ਜਿਹੜੀ ਹੈ ਰਗੜੀ ਗਈ ਔਰ ਉਹ ਸ਼ਰਦਾਈ ਰਗੜੀ ਬਦਾਮਾਂ ਦੀਆਂ ਗਿਰੀਆਂ ਪਾ ਕੇ ਬਿਜੀਆ ਆਦਿਕ ਜਿਹ ਅਦਕ ਤਿਸ ਬੀਚ ਕੁਟਾਈ। ਬਿਜੀਆ ਕਹਿੰਦੇ ਨੇ ਭੰਗ ਨੂੰ, ਸੁਖੇ ਨੂੰ। ਜਿਸ ਸ਼ਰਦਾਈ ਦੇ ਵਿੱਚ ਬਹੁਤ ਜ਼ਿਆਦੀ ਭੰਗ ਜਿਹੜੀ ਸੀ ਉਹ ਮਿਲਾਈ ਗਈ। ਬਿਜੀਆ ਆਦਿਕ ਜਿਹ ਅਦਕ ਤਿਸ ਬੀਚ ਕੁਟਾਈ। ਸਪਸ਼ਟ ਸ਼ਬਦਾਂ ਦੇ ਵਿੱਚ ਸੰਤੋਖ ਸਿੰਘ ਲਿਖਦਾ ਪਿਆ ਕਿ ਉਸ ਸ਼ਰਦਾਈ ਦੇ ਵਿੱਚ ਬਹੁਤ ਜ਼ਿਆਦੀ ਮਾਤਰਾ ਦੇ ਵਿੱਚ ਭੰਗ ਜਿਹੜੀ ਸੀ ਘੋਟੀ ਗਈ। ਫਿਰ ਕਹਿੰਦੇ ਨੇ ਆਨੀ ਦਾਸਨ ਤਿਆਰ ਕਰ ਪਿਖ ਹੁਕਮ ਬਖਾਨਾ, ਹੋਤੀ ਅਫੀਮ ਵਿਦੇਸ਼ ਕੀ ਜਿਮ ਅਮਲ ਮਹਾਨਾ। ਸੇਵਕਾਂ ਨੇ ਉਹ ਸ਼ਰਦਾਈ ਜਿਸ ਦੇ ਵਿੱਚ ਬਹੁਤ ਜ਼ਿਆਦਾ ਭੰਗ ਰਗੜੀ ਗਈ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਲਿਆਂਦੀ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਹੁਕਮ ਦਿੱਤਾ। ਉਸ ਸੇਵਕ ਨੂੰ, ਜਿਹੜਾ ਸੇਵਕ ਸਤਿਗੁਰਾਂ ਦੇ ਸਾਹਮਣੇ ਉਹ ਭੰਗ ਦਾ ਕਟੋਰਾ ਭਰ ਕੇ ਲੈ ਕੇ ਆਇਆ, ਸਤਿਗੁਰੂ ਕਹਿਣ ਲੱਗੇ ਵੀ ਹੋਤੀ ਅਫੀਮ ਵਿਦੇਸ਼ ਕੀ ਜਿਮ ਅਮਲ ਮਹਾਨਾ, ਬਹੁਤ ਤਾਰੀਫ ਸਿੱਖ ਨੇ ਕਰੀ ਸੋ ਕੋਸ਼ ਮਜਾਰਾ, ਆਨੋ ਇਹਾਂ ਨਿਕਾਸ ਕਰ ਜਿਸ ਅਮਲ ਕਰਾਰਾ। ਗੁਰੂ ਕਲਗੀਧਰ ਪਾਤਸ਼ਾਹ ਆਖਦੇ ਨੇ ਸਿੱਖ ਨੂੰ ਕਿ ਜਿਹੜੀ ਵਿਦੇਸ਼ ਦੇ ਵਿੱਚੋਂ ਅਫੀਮ ਆਈ ਸੀ, ਇੱਕ ਸਿੱਖ ਵਿਦੇਸ਼ ਦੇ ਵਿੱਚੋਂ ਕਿਸੇ ਹੋਰ ਦੂਰ ਦੇ ਦੇਸ਼ ਤੋਂ ਵਧੀਆ ਕਿਸਮ ਦੀ ਅਫੀਮ ਲੈ ਕੇ ਆਇਆ ਸੀ ਔਰ ਉਸ ਅਫੀਮ ਦੀ ਉਸ ਸਿੱਖ ਨੇ ਬਹੁਤ ਜ਼ਿਆਦੀ ਤਾਰੀਫ ਕੀਤੀ ਸੀ। ਜਿਸ ਵੇਲੇ ਉਹ ਸਿੱਖ ਅਫੀਮ ਲੈ ਕੇ ਆਇਆ ਸੀ, ਬਹੁਤ ਤਾਰੀਫ ਸਿੱਖ ਨੇ ਕਰੀ ਸੋ ਕੋਸ਼ ਮਜਾਰਾ। ਤੇ ਅਸੀਂ ਉਹ ਅਫੀਮ ਜਿਹੜੀ ਸੀ ਕੋਸ਼ ਦੇ ਵਿੱਚ, ਖਜ਼ਾਨੇ ਦੇ ਵਿੱਚ, ਖਜ਼ਾਨਚੀ ਦੇ ਕੋਲ ਜਮ੍ਹਾਂ ਕਰਵਾ ਦਿੱਤੀ ਸੀ। ਗੁਰਦੇਵ ਕਹਿਣ ਲੱਗੇ ਆਨੋ ਇਹਾਂ ਨਿਕਾਸ ਕਰ ਜਿਸ ਅਮਲ ਕਰਾਰਾ। ਉਸ ਸੇਵਕ ਨੂੰ ਕਹਿੰਦੇ ਨੇ ਜਾਓ, ਜਾ ਕੇ ਖਜ਼ਾਨਚੀ ਦੇ ਕੋਲੋਂ, ਖਜ਼ਾਨੇ ਦੇ ਵਿੱਚੋਂ, ਕੋਸ਼ ਦੇ ਵਿੱਚੋਂ ਉਹ ਵਧੀਆ ਕਿਸਮ ਦੀ ਵਿਦੇਸ਼ੀ ਅਫੀਮ ਜਿਹੜੀ ਸੀ ਉਹ ਲੈ ਕੇ ਆਓ।
ਤੇ ਸੰਤੋਖ ਸਿੰਘ ਲਿਖਦਾ ਹੈ, ਕਹਿੰਦਾ ਕੋਸ਼ਿਪ ਟਿਗ ਸੇਵਕ ਗਇਓ ਸਭ ਬਾਤ ਜਨਾਈ ਕਹਿ ਕਰ ਪਤੇ ਬਦੇਸ਼ ਕੇ ਤਿਸ ਛਿਨ ਨਿਕਸਾਈ। ਸਤਿਗੁਰਾਂ ਦਾ ਸੇਵਕ ਸਤਿਗੁਰਾਂ ਦਾ ਹੁਕਮ ਮੰਨ ਕੇ ਉਸੇ ਵੇਲੇ ਖਜ਼ਾਨਚੀ ਦੇ ਕੋਲ ਗਿਆ। ਖਜ਼ਾਨਚੀ ਨੂੰ ਜਾ ਕੇ ਦੱਸਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਵਧੀਆ ਕਿਸਮ ਦੀ ਜਿਹੜੀ ਅਫੀਮ ਜਿਹੜੀ ਵਿਦੇਸ਼ ਦੇ ਵਿੱਚੋਂ ਆਈ ਹੋਈ ਸੀ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੰਗਵਾਈ ਹੈ। ਸੰਤੋਖ ਸਿੰਘ ਕਹਿੰਦਾ ਵੀ ਆਨੀ ਤੁਰਤ ਸਮੀਪ ਗੁਰ ਕਰ ਕਰੀ ਨਿਹਾਰੀ ਦਵੈ ਰੰਚਕ ਪਰਮਾਨ ਸਮ ਅੰਗੁਰੀਨ ਸਿਧਾਰੀ। ਸੇਵਕ ਨੇ ਖਜ਼ਾਨਚੀ ਦੇ ਕੋਲੋਂ ਅਫੀਮ ਲਈ ਤੇ ਉਹ ਅਫੀਮ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਤੁਰੰਤ ਆ ਗਿਆ। ਤੇ ਸੰਤੋਖ ਸਿੰਘ ਇੱਥੇ ਮਾਤਰਾ ਵੀ ਲਿਖਦਾ ਹੈ, ਕਹਿੰਦਾ ਦਵੈ ਰੰਚਕ ਪਰਮਾਨ ਸਮ ਅੰਗੁਰੀਨ ਸੁਧਾਰੀ। ਉਹਦੇ ਵਿੱਚੋਂ ਦੋ ਰੰਚਕ ਦੋ ਰਤੀਆਂ ਦੀ ਮਾਤਰਾ ਦੀ ਅਫੀਮ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀਆਂ ਉਂਗਲਾਂ ਦੇ ਵਿੱਚ ਲਈ ਹੈ। ਫਿਰ ਕਹਿੰਦੇ ਨੇ ਕਰ ਗੁਲਕਾ ਕਰ ਤਰ ਧਰੀ ਲੈ ਬਹੁਰ ਕਟੋਰਾ ਕਰਿਓ ਖਾਨ ਪਾਨ ਸੁਖਾ ਤਬੈ ਹਿਤ ਮਾਦਕ ਜੋਰਾ। ਕਰ ਗੁਲਕਾ ਕਰ ਤਰ ਧਰੀ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੋ ਰਤੀਆਂ ਅਫੀਮ ਲੈ ਕੇ ਉਹਦੀ ਗੋਲੀ ਵੱਟੀ ਹੈ। ਸੰਤੋਖ ਸਿੰਘ ਦੇ ਬੋਲ ਨੇ ਕਰ ਗੁਲਕਾ ਕਰ ਤਰ ਧਰੀ ਲੈ ਬਹੁਰ ਕਟੋਰਾ ਕਰਿਓ ਖਾਨ ਪਾਨ ਸੁਖਾ ਤਬੈ ਹਿਤ ਮਾਦਕ ਜੋਰਾ। ਕਿ ਇੱਕ ਹੱਥ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੋ ਰਤੀਆਂ ਅਫੀਮ ਦੀ ਉਹ ਗੋਲੀ ਵੱਟ ਕੇ ਪਕੜੀ ਹੈ ਤੇ ਦੂਸਰੇ ਹੱਥ ਦੇ ਵਿੱਚ ਸਤਿਗੁਰਾਂ ਨੇ ਉਹ ਕਟੋਰਾ ਜਿਹਦੇ ਵਿੱਚ ਬਦਾਮਾਂ ਦੀ ਰਗੜੀ ਹੋਈ ਸ਼ਰਦਾਈ ਹੈ ਤੇ ਉਹ ਸ਼ਰਦਾਈ ਜਿਹਦੇ ਵਿੱਚ ਬਹੁਤ ਜ਼ਿਆਦੀ ਮਾਤਰਾ ਦੇ ਵਿੱਚ ਭੰਗ ਜਿਹੜੀ ਹੈ ਕੋਟੀ ਹੋਈ ਹੈ। ਸਤਿਗੁਰਾਂ ਨੇ ਦੂਸਰੇ ਹੱਥ ਦੇ ਵਿੱਚ ਉਹ ਕਟੋਰਾ ਪਕੜਿਆ ਹੈ। ਕਹਿੰਦੇ ਨੇ ਕਰਿਓ ਖਾਨ ਪਾਨ ਸੁਖਾ ਤਬੈ ਹਿਤ ਮਾਦਕ ਜੋਰਾ। ਮਾਦਕ ਕਹਿੰਦੇ ਨੇ ਨਸ਼ੇ ਨੂੰ, ਮਾਦਕ ਜੋਰਾ ਦਾ ਅਰਥ ਹੈ ਜੋੜ ਦਾ ਨਸ਼ਾ ਲੈਣ ਵਾਸਤੇ। ਬਹੁਤ ਜ਼ਿਆਦਾ ਸ਼ਕਤੀਸ਼ਾਲੀ ਨਸ਼ਾ ਲੈਣ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹ ਦੋ ਰਤੀਆਂ ਅਫੀਮ ਦੀ ਵੱਟੀ ਹੋਈ ਗੋਲੀ ਖਾਧੀ ਹੈ ਤੇ ਉਹਦੇ ਨਾਲ ਭੰਗ ਦਾ ਕਟੋਰਾ ਸੁਖੇ ਦਾ ਕਟੋਰਾ ਜਿਹੜਾ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੀਤਾ ਹੈ। ਮਾਵਾ ਖਾਏ ਅਫੀਮ ਕੋ ਪੁਨ ਸੌਚ ਸ਼ਨਾਨੇ ਤਬ ਕੇ ਲਾਗੇ ਖਾਨ ਪਾਨ ਦਿਨ ਪ੍ਰਤ ਅਧਿਕਾਨੇ। ਇਹ ਉਸ ਦਿਨ ਦੀ ਵਾਰਤਾ ਸੰਤੋਖ ਸਿੰਘ ਲਿਖ ਰਹੇ ਹੈ ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਵਾਰੀ ਅਫੀਮ ਦੀ ਔਰ ਭੰਗ ਦੀ ਵਰਤੋਂ ਕੀਤੀ। ਔਰ ਨਾਲ ਇਹ ਕਹਿੰਦਾ ਕਿ ਤਬ ਕੇ ਲਾਗੇ ਖਾਨ ਪਾਨ ਦਿਨ ਪ੍ਰਤ ਅਧਿਕਾਨੇ। ਉਸ ਦਿਨ ਤੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਿਨ ਪ੍ਰਤੀ ਹਰ ਰੋਜ਼ ਅਫੀਮ ਤੇ ਸੁਖੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਔਰ ਲਿਖਿਆ ਦਿਨ ਪ੍ਰਤ ਅਧਿਕਾਨੇ। ਅਧਿਕਾਨੇ ਦਾ ਅਰਥ ਹੈ ਹੋਰ ਵੀ ਜ਼ਿਆਦਾ ਮਾਤਰਾ ਦੇ ਵਿੱਚ। ਪਹਿਲੇ ਦਿਨ ਜਿੰਨੀ ਮਾਤਰਾ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੰਤੋਖ ਸਿੰਘ ਇਹ ਲਿਖਦਾ ਹੈ ਕਿ ਅਫੀਮ ਦੋ ਰਤੀਆਂ ਖਾਧੀ ਨਾਲ ਭੰਗ ਦਾ ਕਟੋਰਾ ਪੀਤਾ ਔਰ ਉਸ ਤੋਂ ਬਾਅਦ ਹਰ ਰੋਜ਼ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੋਰ ਜ਼ਿਆਦਾ ਮਾਤਰਾ ਦੇ ਵਿੱਚ ਭੰਗ ਔਰ ਅਫੀਮ ਦੀ ਵਰਤੋਂ ਕਰਨ ਲੱਗ ਪਏ। ਪਹਿਲੇ ਦਿਨ ਦੋ ਰਤੀਆਂ ਅਫੀਮ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਧੀ। ਔਰ ਹੈਰਾਨ ਹੋਵੋਗੇ ਇਹ ਪ੍ਰਸੰਗ ਉਸ ਵੇਲੇ ਦਾ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਅਜੇ ਕੇਵਲ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਹੈ। ਅਜੇ ਬਾਕੀ ਦੇ ਤਿੰਨ ਸਾਹਿਬਜ਼ਾਦਿਆਂ ਦੇ ਜਨਮ ਜਿਹੜੇ ਹੋਣੇ ਹਨ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਦੇ ਜਨਮ ਇਸ ਤੋਂ ਬਾਅਦ ਦੇ ਵਿੱਚ ਹੁੰਦੇ ਨੇ। ਤੇ ਜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਦਾ ਹਿਸਾਬ ਕਿਤਾਬ ਲਗਾਈਏ ਤੇ 22-24 ਸਾਲ ਤੋਂ ਜ਼ਿਆਦਾ ਉਮਰ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਨਹੀਂ ਬਣਦੀ। ਭਰ ਜਵਾਨੀ ਦੀ ਉਮਰ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ। ਔਰ ਸੰਤੋਖ ਸਿੰਘ ਜਿਸ ਦੇ ਸੰਬੰਧ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਉਸਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਗੁਰੂ ਸਾਹਿਬਾਨਾਂ ਦੀਆਂ ਬਹੁਤ ਜ਼ਿਆਦੀਆਂ ਸਿਫਤਾਂ ਲਿਖੀਆਂ ਹੋਈਆਂ ਹਨ। ਉਹ ਸੰਤੋਖ ਸਿੰਘ ਲਿਖਦਾ ਕਿ 22-23 ਸਾਲ ਦੀ ਉਮਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਸ਼ਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਇੱਕ ਹੋਰ ਵੀ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ
ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸੇਵਕ ਨੂੰ ਕਹਿੰਦੇ ਨੇ ਕਿ ਕੋਈ ਸਿੱਖ ਵਿਦੇਸ਼ ਦੇ ਵਿੱਚੋਂ ਅਫੀਮ ਲੈ ਕੇ ਆਇਆ ਸੀ, ਵਧੀਆ ਕਿਸਮ ਦੀ, ਉਹਦੀ ਬੜੀ ਉਸਨੇ ਤਾਰੀਫ ਕੀਤੀ ਸੀ, ਤੇ ਉਹ ਅਫੀਮ ਅਸੀਂ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ, ਤੂੰ ਉਹ ਅਫੀਮ ਲੈ ਕੇ ਆ। ਇੱਥੋਂ ਇੱਕ ਗੱਲ ਹੋਰ ਵੀ ਸਾਬਤ ਹੁੰਦੀ ਹੈ, ਕਿਉਂਕਿ ਸਿੱਖ ਜਿਹੜੇ ਨੇ ਉਹੀ ਵਸਤੂਆਂ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਹੋਵਣਗੇ ਜਿਹੜੀਆਂ ਵਸਤੂਆਂ ਗੁਰੂ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਪਸੰਦ ਹੋਵਣਗੀਆਂ। ਸਿੱਖ ਉਹੋ ਜਿਹੀਆਂ ਭੇਟਾਵਾਂ ਲੈ ਕੇ ਜਾਂਦੇ ਨੇ ਜਿਨ੍ਹਾਂ ਭੇਟਾਵਾਂ ਦੇ ਉੱਤੇ ਗੁਰੂ ਸਾਹਿਬ ਖੁਸ਼ ਹੁੰਦੇ ਹੋਵਣਗੇ। ਤੇ ਜੇ ਕੋਈ ਸਿੱਖ ਜਿਹੜਾ ਹੈ ਅਫੀਮ ਲੈ ਕੇ ਗੁਰੂ ਦਰਬਾਰ ਦੇ ਵਿੱਚ ਆ ਰਿਹਾ ਹੈ, ਤੇ ਇਹਦਾ ਭਾਵ ਉਸ ਸਿੱਖ ਨੂੰ ਇਹ ਸਮਝ ਹੋਏਗੀ ਕਿ ਗੁਰੂ ਸਾਹਿਬ ਜਿਹੜੇ ਹੈ ਅਫੀਮ ਦੀ ਭੇਟਾ ਦੇ ਉੱਤੇ ਖੁਸ਼ ਹੁੰਦੇ ਹੋਣਗੇ। ਤੇ ਇਹਦਾ ਭਾਵ ਸੰਤੋਖ ਸਿੰਘ ਦੀ ਲਿਖਤ ਅਨੁਸਾਰ ਇਸ ਤੋਂ ਪਹਿਲਾਂ ਵੀ ਸਿੱਖ ਜਿਹੜੇ ਨੇ ਉਹ ਇਹਨਾਂ ਨਸ਼ਿਆਂ ਦੀ ਵਰਤੋਂ ਗੁਰੂ ਦਰਬਾਰ ਦੇ ਵਿੱਚ ਕਰਦੇ ਸਨ। ਔਰ 22-24 ਸਾਲ ਦੀ ਉਮਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਭੰਗ ਔਰ ਅਫੀਮ ਦੀ ਵਰਤੋਂ ਨਿਤਾ ਪ੍ਰਤੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਥਾਂ ਦੇ ਉੱਤੇ ਨੇ, ਇਸ ਤੋਂ ਬਾਅਦ ਬਾਰ-ਬਾਰ ਅਨੇਕਾਂ ਥਾਵਾਂ ਦੇ ਉੱਤੇ ਕਵੀ ਸੰਤੋਖ ਸਿੰਘ ਜਦੋਂ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਿਤ ਦੇ ਜੀਵਨ ਦੀ ਕਿਰਿਆ ਦਾ ਜ਼ਿਕਰ ਕਰਦੇ ਹਨ, ਉੱਥੇ ਉਚੇਚੇ ਤੌਰ ਤੇ ਕਹਿੰਦੇ ਨੇ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਭੰਗ ਮੰਗਵਾਈ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਅਫੀਮ ਮੰਗਵਾਈ। ਪਰ ਸਾਡੀ ਬਦਬਖਤੀ ਕਿ ਇਸ ਗ੍ਰੰਥ ਦੀ ਕਥਾ ਕਰਨ ਵੇਲੇ ਸਾਡੇ ਪ੍ਰਚਾਰਕਾਂ ਨੇ ਇਹਨਾਂ ਅਧਿਆਇਆਂ ਦੇ ਉੱਤੇ ਪੜਦੇ ਪਾਏ। ਇਹਨਾਂ ਗ੍ਰੰਥਾਂ ਦੀ ਅਸਲੀਅਤ, ਇਹਨਾਂ ਗ੍ਰੰਥਾਂ ਦੀ ਸੱਚਾਈ ਜਿਹੜੀ ਹੈ ਉਹ ਸੰਗਤ ਦੇ ਸਾਹਮਣੇ ਨਹੀਂ ਰੱਖੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੋਕ ਝਗੜਦੇ ਨੇ ਇਹ ਆਖ ਕੇ ਕਿ ਸਾਨੂੰ 20-30 ਸਾਲ ਹੋ ਚੁੱਕੇ ਨੇ, ਅਸੀਂ ਨਿਤਾ ਪ੍ਰਤੀ ਇਸ ਗ੍ਰੰਥ ਦੀ ਕਥਾ ਹਰ ਰੋਜ਼ ਗੁਰਦੁਆਰਿਆਂ ਦੇ ਵਿੱਚ ਜਾ ਕੇ ਸੁਣਦੇ ਹਾਂ, ਕਈ ਵਾਰੀ ਇਹਨਾਂ ਗ੍ਰੰਥਾਂ ਦੀ ਕਥਾ ਸੁਣ ਚੁੱਕੇ ਹਾਂ, ਇਹਨਾਂ ਗ੍ਰੰਥਾਂ ਦੇ ਵਿੱਚ ਕੁਝ ਵੀ ਗਲਤ ਨਹੀਂ, ਕੁਝ ਵੀ ਗਲਤ ਨਹੀਂ ਹੈ। ਉਹ ਇਸ ਵਾਸਤੇ ਕਿਉਂਕਿ ਪ੍ਰਚਾਰਕਾਂ ਨੇ ਇਹਨਾਂ ਗ੍ਰੰਥਾਂ ਨੂੰ ਸਹੀ ਤਰੀਕੇ ਦੇ ਨਾਲ ਇਹਨਾਂ ਦੀ ਸੱਚਾਈ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਣ ਹੀ ਨਹੀਂ ਦਿੱਤੀ। ਉਸ ਦੀ ਇੱਕ ਉਦਾਹਰਨ ਜਿਹੜੀ ਹੈ ਮੈਂ ਆਪ ਜੀ ਨੂੰ ਹੋਰ ਅੱਜ ਦੇ ਇਸੇ ਪ੍ਰੋਗਰਾਮ ਦੇ ਵਿੱਚ ਦੇਣੀ ਚਾਹੁੰਦਾ ਹਾਂ। ਤੁਸੀਂ ਆਪ ਦੇਖ ਸਕਦੇ ਹੋ, ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਿਤਾ ਪ੍ਰਤੀ ਹਰ ਰੋਜ਼ ਸ਼ਾਮ ਦੇ ਵੇਲੇ ਇਸ ਗ੍ਰੰਥ ਦੀ ਕਥਾ ਹੁੰਦੀ ਹੈ। ਪਿਛਲੇ ਦਿਨੀ ਸ਼ਾਇਦ 6 ਸਤੰਬਰ 2020 ਦੇ ਆਸ-ਪਾਸ ਭਾਈ ਹਰਮਿੱਤਰ ਸਿੰਘ ਜੋ ਇਸ ਗ੍ਰੰਥ ਦੀ ਕਥਾ ਕਰ ਰਹੇ ਨੇ, ਉਹਨਾਂ ਦਾ ਇੱਕ ਕਲਿੱਪ ਤੁਸੀਂ ਸੁਣੋ ਔਰ ਉਸ ਕਲਿੱਪ ਨੂੰ ਸੁਣਨ ਤੋਂ ਬਾਅਦ ਆਪਾਂ ਸਕਰੀਨ ਦੇ ਉੱਤੇ ਦੇਖਾਂਗੇ ਕਿ ਵਾਸਤਵ ਦੇ ਵਿੱਚ ਉੱਥੇ ਲਿਖਿਆ ਕੀ ਹੈ ਔਰ ਉਸ ਨੂੰ ਪੇਸ਼ ਕਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ, ਕਿਸ ਤਰੀਕੇ ਦੇ ਨਾਲ ਚਲਾਕੀ ਦੇ ਨਾਲ ਉਹਨਾਂ ਪੰਕਤੀਆਂ ਦੇ ਉੱਤੇ ਪੜਦੇ ਪਾਏ ਜਾ ਰਹੇ ਹਨ ਔਰ ਉਹ ਪੰਕਤੀਆਂ ਜਿਹੜੀਆਂ ਹਨ ਸੰਗਤਾਂ ਦੇ ਸਾਹਮਣੇ ਨਹੀਂ ਰੱਖੀਆਂ ਜਾ ਰਹੀਆਂ। ਸਭ ਤੋਂ ਪਹਿਲਾਂ ਤੁਸੀਂ ਉਹ ਤਕਰੀਬਨ 1 ਮਿੰਟ ਦਾ ਕਲਿੱਪ ਹੈ ਉਹ ਧਿਆਨ ਦੇ ਨਾਲ ਸੁਣ ਲਓ, ਨਾਲ ਦੀ ਨਾਲ ਤੁਸੀਂ ਸਕਰੀਨ ਦੇ ਉੱਤੇ ਉਸ ਕਲਿੱਪ ਦੇ ਸੰਬੰਧ ਵਿੱਚ ਉਹ ਸਾਰਾ ਕੁਝ ਦੇਖ ਵੀ ਸਕਦੇ ਹੋ। ਪਤਾ ਚੱਲੇਗਾ ਕਿ ਕਿਸ ਤਰੀਕੇ ਦੇ ਨਾਲ ਉਹ ਵਿੱਚੋਂ 10, 15, 20 ਪੰਕਤੀਆਂ ਜਿਹੜੀਆਂ ਹਨ ਉਹ ਸਕਿਪ ਕਰ ਦਿੱਤੀਆਂ ਗਈਆਂ ਹਨ। ਉੱਥੇ ਪ੍ਰਸੰਗ ਕੀ ਚੱਲ ਰਿਹਾ ਹੈ, ਕਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਉਹ ਲਿਖ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਪ੍ਰਚਾਰਕ ਉਸ ਪ੍ਰਸੰਗ ਨੂੰ ਸੰਗਤਾਂ ਦੇ ਸਾਹਮਣੇ ਬਿਆਨ ਕਰਦੇ ਹਾਂ। ਤੁਸੀਂ ਦੇਖੋ ਕਿ ਸਕਰੀਨ ਦੇ ਉੱਤੇ ਔਰ ਨਾਲ ਦੀ ਨਾਲ ਤੁਸੀਂ ਉਸ ਕਲਿੱਪ ਨੂੰ ਵੀ ਸੁਣੋ। ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸੂਰਜ ਪ੍ਰਕਾਸ਼ ਗ੍ਰੰਥ ਦਾ ਇਹ ਤੀਸਰੀ ਰੁੱਤ ਦਾ 21ਵਾਂ ਅਧਿਆਇ ਹੈ, ਜਿਸ ਦਾ ਸਿਰਲੇਖ ਹੈ ਖਾਲਸੇ ਦਾ ਵਧਣਾ। ਇਸ ਅਧਿਆਇ ਦੇ ਜਿਸ ਵੇਲੇ ਤੁਸੀਂ 36ਵੇਂ ਅੰਕ ਦੇ ਉੱਪਰ ਜਾਓਗੇ, ਉੱਥੇ ਸ਼ਬਦ ਆਉਂਦੇ ਨੇ, ਕੇਚਿਤ ਸਿੱਖ ਰਹਿ 1-2 ਮਾਸ ਹਵੈ ਉਦਾਸ ਪੁਨ ਜਾਤ ਆਵਾਸ, ਕਿ ਕੁਝ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਮਹੀਨਾ 2 ਮਹੀਨੇ ਰਹਿ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ, ਉਦਾਸ ਹੋ ਕੇ ਉਹਨਾਂ ਨੂੰ ਆਪਣੇ ਪਰਿਵਾਰ ਦਾ ਚਿੱਤ ਆਉਂਦਾ ਹੈ। ਔਰ ਰਹਿ ਘਰ ਮਹਿ ਗੁਰ ਨਿਕਟ ਪਧਾਰੈ ਮਿਲ ਸਿੰਘਨ ਸੋ ਸਮਾਂ ਗੁਜ਼ਾਰੈ, ਕੁਝ ਸਮਾਂ ਆਪਣੇ ਘਰ ਰਹਿੰਦੇ ਹਨ ਫਿਰ ਵਾਪਸ ਸਤਿਗੁਰਾਂ ਦੇ ਕੋਲ ਆਉਂਦੇ ਹਨ
ਤੇ ਆਣ ਕੇ ਫਿਰ ਕੁਝ ਸਮਾਂ ਜਿਹੜਾ ਹੈ ਉਹ ਆਪਣੇ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦੇ ਨਾਲ ਬਤੀਤ ਕਰਦੇ ਹਨ। ਹੁਣ ਇਸ ਪ੍ਰਚਾਰਕ ਦੇ ਕੋਲੋਂ ਸੁਣੋ ਇਹਨਾਂ ਦੋ ਪੰਕਤੀਆਂ ਦੇ ਅਰਥ ਕਰਨ ਤੋਂ ਬਾਅਦ ਕਿ ਰਹਿ ਘਰ ਮੈਂ ਗੁਰ ਨਿਕਟ ਪਧਾਰੈ ਮਿਲ ਸਿੰਘਨ ਸੋ ਸਮਾਂ ਗੁਜ਼ਾਰੈ। ਇਹਨਾਂ ਦੋ ਪੰਕਤੀਆਂ ਦੇ ਅਰਥ ਕਰਨ ਤੋਂ ਬਾਅਦ ਜੋ ਕਿ 36ਵੇਂ ਅੰਕ ਦੀਆਂ ਹਨ, ਇਸ ਨੇ 37ਵਾਂ ਅੰਕ ਵੀ ਸਕਿਪ ਕੀਤਾ, 38ਵਾਂ ਅੰਕ ਵੀ ਸਕਿਪ ਕੀਤਾ, 39ਵਾਂ ਅੰਕ ਵੀ ਸਕਿਪ ਕੀਤਾ, 40ਵਾਂ ਵੀ ਸਕਿਪ ਕੀਤਾ, 41ਵਾਂ ਅੰਕ ਵੀ ਸਕਿਪ ਕੀਤਾ, 42ਵਾਂ ਅੰਕ ਵੀ ਸਕਿਪ ਕੀਤਾ ਔਰ ਫਿਰ ਜਾ ਕੇ ਉਹ 43ਵੇਂ ਅੰਕ ਤੋਂ ਇਸ ਕਥਾ ਨੂੰ ਅਗਾਂਹ ਸ਼ੁਰੂ ਕਰ ਦਿੰਦੇ ਹਨ ਅਤੇ ਸੁਣਨ ਦੇ ਵਿੱਚ ਸਰੋਤਿਆਂ ਨੂੰ ਪ੍ਰਚਾਰਕ ਦੀ ਕੀਤੀ ਗਈ ਇਸ ਚਲਾਕੀ ਦਾ ਬਿਲਕੁਲ ਵੀ ਪਤਾ ਨਹੀਂ ਚੱਲੇਗਾ। ਆਪ ਧਿਆਨ ਦੇ ਨਾਲ ਸੁਣੋ ਔਰ ਨਾਲ ਦੀ ਨਾਲ ਸਕਰੀਨ ਦੇ ਉੱਤੇ ਆਪ ਦੇਖੋ। ਰਹਿ ਘਰ ਮੈਂ ਗੁਰ ਨਿਕਟ ਪਧਾਰੈ। ਫਿਰ ਕੁਝ ਸਮਾਂ ਘਰ ਦੀ ਸਾਰ ਲੈ ਕੇ ਤੇ ਵਾਪਸ ਗੁਰੂ ਸਾਹਿਬ ਜੀ ਦੇ ਪਾਸ ਆਨੰਦਪੁਰ ਆ ਜਾਂਦੇ ਨੇ। ਮਿਲ ਸੰਗਣ ਸੋ ਸਮਾਂ ਗੁਜ਼ਾਰੈ। ਤੇ ਆ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੰਘਾਂ ਦੇ ਨਾਲ ਮਿਲ ਕੇ ਜਿਹੜਾ ਹੈ ਸਮਾਂ ਹੈ ਉਹ ਗੁਜ਼ਾਰਦੇ ਹਨ। ਪਹੁੰਚੈ ਨਿਕਟ ਗੁਰੂ ਕੇ ਫੇਰ। ਗੁਰੂ ਕਲਗੀਧਰ ਸਾਹਿਬ ਜੀ ਦੇ ਪਾਸ ਆਉਂਦੇ ਨੇ। ਵਿਪਰ ਬ੍ਰਿਤ ਟਿਕਾਵੈ ਦਰਸ਼ਨ ਹੀਰ। ਸਤਿਗੁਰਾਂ ਦਾ ਦਰਸ਼ਨ ਕਰਕੇ ਆਪਣੀ ਬਿਰਤੀ ਨੂੰ ਇਕਾਗਰ ਕਰਦੇ ਹਨ, ਗੁਰੂ ਚਰਨਾਂ ਵਿੱਚ ਜੋੜਦੇ ਨੇ। ਮਾਰ ਬਕਾਰਾ ਦਿਨ ਪ੍ਰਤ ਦੂਨਾ। ਤੇ ਫਿਰ ਰੋਜ਼ਾਨਾ ਜਿਹੜੇ ਜਕਾਰੇ ਹਨ ਉਹ ਲਾਉਂਦੇ ਨੇ। ਦਿੱਲੀ ਲੁੱਟ ਹੈ ਲਾਪੁਰ ਸੁਨਾ। ਜਕਾਰੇ ਲਾ ਕੇ ਬੀ ਰਸ ਵਿੱਚ ਆ ਕੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਬਲ ਦੇ ਨਾਲ ਅਸੀਂ ਦਿੱਲੀ ਨੂੰ ਲੁੱਟ ਲਵਾਂਗੇ, ਲਾਹੌਰ ਨੂੰ ਖਾਲੀ ਕਰ ਦਿਆਂਗੇ, ਕਿਉਂਕਿ ਸਰਕਾਰ ਦੇ ਇਹ ਜਿਹੜੇ ਮੁੱਖ ਟਿਕਾਣੇ ਨੇ ਦਿੱਲੀ। ਹਾਂਜੀ, ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਦੇ ਨਾਲ ਪੂਰੇ 6 ਬੰਦ 4-4 ਪੰਕਤੀਆਂ ਦੇ ਤਕਰੀਬਨ 24 ਪੰਕਤੀਆਂ ਜਿਹੜੀਆਂ ਹਨ ਕਥਾ ਕਰਦਿਆਂ ਹੋਇਆਂ ਇਸ ਪ੍ਰਚਾਰਕ ਨੇ ਸਕਿਪ ਕਰ ਦਿੱਤੀਆਂ ਹਨ। ਪਰ ਸੁਣਨ ਵਾਲੇ ਸਰੋਤਿਆਂ ਨੂੰ ਪ੍ਰਚਾਰਕ ਦੀ ਇਸ ਚਲਾਕੀ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਾ ਹੋਵੇਗਾ। ਤੇ ਆਪਾਂ ਹੁਣ ਦੇਖਦੇ ਹਾਂ ਇਹਨਾਂ ਪੰਕਤੀਆਂ ਦੇ ਵਿੱਚ ਕਵੀ ਸੰਤੋਖ ਸਿੰਘ ਨੇ ਕੀ ਲਿਖਿਆ ਹੋਇਆ ਹੈ। ਜਿਸ ਤਰੀਕੇ ਦੇ ਨਾਲ ਮੈਂ ਦੱਸਿਆ ਕਿ ਪ੍ਰਸੰਗ ਇਹ ਚੱਲਦਾ ਪਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਦੇਖਦੇ ਨੇ ਕਿ ਸਿੱਖ ਮਹੀਨਾ 2 ਮਹੀਨੇ ਗੁਰੂ ਦਰਬਾਰ ਦੇ ਵਿੱਚ ਬਤੀਤ ਕਰਨ ਤੋਂ ਬਾਅਦ ਉਦਾਸ ਹੋ ਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਤੋ ਸਿੱਖਾਂ ਦੀ ਇਸ ਉਦਾਸੀ ਨੂੰ ਦੂਰ ਕਰਨ ਵਾਸਤੇ, ਇਸ ਮੋਹ ਨੂੰ ਦੂਰ ਕਰਨ ਵਾਸਤੇ ਸੰਤੋਖ ਸਿੰਘ ਲਿਖਦਾ ਹੈ ਕਿ ਸ਼੍ਰੀ ਗੁਰ ਕਰੀ ਵਿਚਾਰਨ ਹਿਰਦੇ ਸੁਤ ਬਣਤਾ ਬੰਧਵ ਤਜ ਕਦੇ। ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਿੱਤ ਦੇ ਅੰਦਰ ਵਿਚਾਰ ਕੀਤੀ ਕਿ ਕਿਸੇ ਸਮੇਂ ਸਿੱਖਾਂ ਨੂੰ ਆਪਣੇ ਪਰਿਵਾਰਾਂ ਨੂੰ, ਪੁੱਤਰਾਂ ਨੂੰ, ਪਤਨੀਆਂ ਨੂੰ ਛੱਡਣਾ ਪਵੇਗਾ। ਬਨੇ ਨਿਰਾਲੇ ਸਿਮਰਨ ਕਰੇ ਇਤ ਤੇ ਹਿਰਦੈ ਉਦਾਸੀ ਧਰੇ। ਇਸ ਵਾਸਤੇ ਚਾਹੀਦਾ ਕਿ ਸਿੱਖ ਜਿਹੜੇ ਨੇ ਉਹ ਆਪਣੇ ਪਰਿਵਾਰ ਤੋਂ ਵੱਖਰੇ ਹੋਵਣ, ਨਿਰਲੇਪ ਹੋਵਣ ਤੇ ਨਿਰਲੇਪ ਹੋ ਕੇ ਇਹ ਸਿਮਰਨ ਕਰਨ। ਸੋ ਹੋਇਆ ਕਿ ਕਹਿੰਦੇ ਨੇ ਹੋਏ ਆਵਤ ਹੈ ਮੋਹ ਵਿਸਾਲਾ ਮਿਲੇ ਜਾਹੇ ਨਹਿ ਰਹਿ ਚਿਰਕਾਲਾ। ਪਰ ਹੁਣ ਕੀ ਹੁੰਦਾ ਕਿ ਸਿੱਖਾਂ ਨੂੰ ਬਹੁਤ ਜ਼ਿਆਦਾ ਆਪਣੇ ਪਰਿਵਾਰਾਂ ਦਾ, ਆਪਣੇ ਪੁੱਤਰਾਂ ਦਾ, ਪਤਨੀਆਂ ਦਾ ਮੋਹ ਆਉਂਦਾ ਹੈ। ਇਸ ਵਾਸਤੇ ਇਹ ਸਿੱਖ ਜਿਹੜੇ ਨੇ ਆਪਣੇ ਪਰਿਵਾਰਾਂ ਨੂੰ ਮਿਲਣ ਵਾਸਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਤੋ ਗੁਰੂ ਕਲਗੀਧਰ ਪਾਤਸ਼ਾਹ ਕੀ ਕਹਿੰਦੇ ਨੇ ਕਿ ਸੋਫੀ ਸੂਮ ਪੰਥ ਨਹਿ ਰਾਖਨ ਕੀਏ ਕਿਸ ਦਾਰੁਨ ਕੇ ਅਬਲਾਖਨ। ਕਿ ਮੈਂ ਆਪਣੇ ਪੰਥ ਦੇ ਵਿੱਚ ਸੂਮ ਸੋਫੀ ਨਹੀਂ ਰੱਖਣੇ। ਜਿਹੜੇ ਬੰਦੇ ਸੋਫੀ ਨੇ, ਸੋਫੀ ਤੁਸੀਂ ਸਮਝਦੇ ਹੋ ਜਿਹੜਾ ਮਨੁੱਖ ਨਸ਼ਿਆਂ ਦੀ ਵਰਤੋਂ ਨਾ ਕਰਦਾ ਹੋਵੇ, ਉਹਨੂੰ ਅਸੀਂ ਆਪਣੇ ਸਮਾਜ ਦੇ ਅੰਦਰ ਆਖਦੇ ਹਾਂ ਕਿ ਇਹ ਮਨੁੱਖ ਸੋਫੀ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੋਫੀ ਸੂਮ ਪੰਥ ਨਹਿ ਰਾਖਨ। ਜਿਹੜੇ ਸੋਫੀ ਨੇ ਉਹ ਸੂਮ ਹੁੰਦੇ ਨੇ, ਉਹਨਾਂ ਨੂੰ ਮੈਂ ਆਪਣੇ ਪੰਥ ਦੇ ਵਿੱਚ ਨਹੀਂ ਰੱਖਣਾ। ਕਿ ਕੋਈ ਵੀ ਸੋਫੀ ਬੰਦਾ ਜਿਹੜਾ ਨਸ਼ਿਆਂ ਦੀ ਵਰਤੋਂ ਨਹੀਂ ਕਰਦਾ, ਇਹੋ ਜਿਹੇ ਸੋਫੀ ਬੰਦੇ ਮੈਂ ਆਪਣੇ ਪੰਥ ਦੇ ਵਿੱਚ ਨਹੀਂ ਰੱਖਣੇ। ਕਿਉਂ? ਕਿਉਂਕਿ ਮੈਂ ਆਪਣਾ ਪੰਥ ਸਾਜਿਆ ਹੈ ਕਿਸੇ ਖਾਸ ਮਕਸਦ ਵਾਸਤੇ। ਕੀਏ ਕਿਸ ਦਾਰੁਨ ਕੇ ਅਬਲਾਖਣ। ਕਿਸੇ ਭਿਆਨਕ ਕੰਮ ਵਾਸਤੇ, ਜੰਗਾਂ ਯੁੱਧਾਂ ਵਾਸਤੇ ਮੈਂ ਆਪਣੇ ਖਾਲਸੇ ਨੂੰ ਤਿਆਰ ਕੀਤਾ ਹੈ। ਤੇ ਮੈਂ ਆਪਣੇ ਖਾਲਸੇ ਦੇ ਵਿੱਚ, ਮੈਂ ਆਪਣੇ ਪੰਥ ਦੇ ਅੰਦਰ ਜਿਹੜੇ ਸੋਫੀ ਬੰਦੇ ਹਨ ਉਹਨਾਂ ਨੂੰ ਬਿਲਕੁਲ ਨਹੀਂ ਰੱਖਣਾ।
ਫਿਰ ਕਹਿੰਦੇ ਨੇ ਜਾਣਤੇ ਸ਼੍ਰੀ ਮੁਖ ਬਾਕ ਉਚਾਰਾ ਹੋਏ ਸੁਖੇ ਕੀ ਦੇਗ ਉਦਾਰਾ। ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਆਖਿਆ, ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਹਰ ਰੋਜ਼ ਹੁਣ ਸੁੱਖੇ ਦੀ ਦੇਗ ਜਿਹੜੀ ਹੈ ਉਹ ਤਿਆਰ ਹੋਵੇ। ਸਿੰਘ ਹੋਏ ਜਬ ਆਜੁਦ ਧਾਰੀ ਮਾਦਕ ਚਾਹੀਏ ਆਨੰਦ ਮਜਾਰੀ। ਜਿਨ੍ਹਾਂ ਸਿੱਖਾਂ ਨੇ ਸ਼ਸਤਰ ਪਕੜਨੇ ਹਨ, ਜਿਹੜੇ ਸਿੱਖ ਸ਼ਸਤਰਧਾਰੀ ਹੋਣੇ ਹਨ, ਉਹਨਾਂ ਸਿੱਖਾਂ ਨੂੰ ਮਾਦਕ ਚਾਹੀਏ। ਮਾਦਕ ਦਾ ਅਰਥ ਹੈ ਨਸ਼ਾ। ਉਹਨਾਂ ਸਿੱਖਾਂ ਨੂੰ, ਉਹਨਾਂ ਖਾਲਸਿਆਂ ਨੂੰ ਨਸ਼ੇ ਦੀ ਜ਼ਰੂਰਤ ਹੈ। ਉਹ ਨਸ਼ੇ ਦੇ ਵਿੱਚੋਂ ਆਨੰਦ ਪ੍ਰਾਪਤ ਕਰਨਗੇ। ਫਿਰ ਨਸ਼ਾ ਕਿਹੜਾ ਹੋਵੇ? ਕਹਿੰਦੇ ਨੇ ਸਭ ਮਾਦਕ ਤੇ ਬਿਜੀਆ ਆਸ਼ੀ ਕਿਉਂਕਿ ਮਹੇਸ਼ ਆਦ ਇਹ ਬਾਸ਼ੀ। ਇਹ ਗੱਲਾਂ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹੋਂ ਅਖਵਾ ਰਿਹਾ ਹੈ। ਉਸੇ ਗ੍ਰੰਥ ਦੇ ਅੰਦਰ, ਜਿਸ ਗ੍ਰੰਥ ਨੂੰ ਅਸੀਂ ਆਪਣਾ ਇਤਿਹਾਸਕ ਸਰੋਤ ਆਖ ਕੇ ਪ੍ਰਚਾਰਦੇ ਹਾਂ, ਜਿਸ ਗ੍ਰੰਥ ਦੀ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਕਥਾ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਈ ਮੰਜੀ ਸਾਹਿਬ ਦੇ ਉੱਪਰ ਰੁਮਾਲੇ ਲਗਾ ਕੇ ਜਿਸ ਗ੍ਰੰਥ ਦਾ ਅਸੀਂ ਪ੍ਰਕਾਸ਼ ਕਰਦੇ ਹਾਂ, ਉਸੇ ਗ੍ਰੰਥ ਦੇ ਅੰਦਰ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਅਖਵਾਈ ਜਾ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ ਕਿ ਸਭ ਮਾਦਕ ਤੇ ਬਿਜੀਆ ਆਸ਼ੀ। ਸਿੱਖਾਂ ਨੂੰ ਨਸ਼ੇ ਦੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜੰਗ ਯੁੱਧ ਕਰਨੇ ਹਨ। ਸੋਫੀ ਬੰਦਾ ਮੈਂ ਆਪਣੇ ਪੰਥ ਦੇ ਵਿੱਚ ਨਹੀਂ ਰੱਖਣਾ। ਇਹਨਾਂ ਨੂੰ ਨਸ਼ੇ ਦੀ ਵਰਤੋਂ ਕਰਨੀ ਇਹਨਾਂ ਵਾਸਤੇ ਜ਼ਰੂਰੀ ਹੈ। ਤੇ ਨਸ਼ਾ ਕਿਹੜਾ ਦਿੱਤਾ ਜਾਏ? ਗੁਰੂ ਗੋਬਿੰਦ ਸਿੰਘ ਆਖਦੇ ਨੇ ਕਿ ਸਭ ਮਾਦਕ ਤੇ ਬਿਜੀਆ ਆਸ਼ੀ। ਕਵੀ ਸੰਤੋਖ ਸਿੰਘ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸਾਰੇ ਨਸ਼ਿਆਂ ਦੇ ਨਾਲੋਂ ਜਿਹੜਾ ਸੁੱਖੇ ਦਾ ਨਸ਼ਾ ਹੈ, ਭੰਗ ਦਾ ਨਸ਼ਾ ਹੈ, ਉਹ ਸਭ ਤੋਂ ਵਧੀਆ ਹੈ। ਕਿਉਂ ਵਧੀਆ ਹੈ? ਕਹਿੰਦੇ ਨੇ ਕਿਉਂਕਿ ਮਹੇਸ਼ ਆਦ ਇਹ ਬਾਂਸ਼ੀ। ਕਿਉਂਕਿ ਸ਼ਿਵ ਜੀ ਇਹਦੀ ਵਰਤੋਂ ਕਰਦਾ ਹੈ। ਸ਼ਿਵ ਜੀ ਭੰਗ ਪੀਂਦਾ ਹੈ। ਇਸ ਵਾਸਤੇ ਇਹੀ ਭੰਗ ਦਾ ਨਸ਼ਾ ਮੈਂ ਆਪਣੇ ਖਾਲਸੇ ਨੂੰ ਦੇਣਾ ਹੈ। ਹੋਏਗਾ ਕਿ ਕਹਿੰਦੇ ਨੇ ਸਤਿਗੁਰ ਚਰਨ ਕੇ ਸਿਮਰਨ ਨਾਮੂ ਨਿਸ਼ਚਲ ਬ੍ਰਿਤ ਟਿਕੈ ਅਬਿਰਾਮ। ਭੰਗ ਪੀਣ ਦੇ ਨਾਲ ਸਿੱਖ ਜਿਹੜੇ ਨੇ, ਇਹਨਾਂ ਦੀ ਸੁਰਤ ਜਿਹੜੀ ਹੈ, ਇਹਨਾਂ ਦੀ ਬਿਰਤੀ ਜਿਹੜੀ ਹੈ ਗੁਰੂ ਚਰਨਾਂ ਦੇ ਵਿੱਚ, ਨਾਮ ਸਿਮਰਨ ਦੇ ਵਿੱਚ ਬਹੁਤ ਚੰਗੇ ਤਰੀਕੇ ਦੇ ਨਾਲ ਟਿਕ ਜਾਏਗੀ। ਨਸ਼ੇ ਦੀ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹੋਂ ਕਰਵਾਈ ਜਾ ਰਹੀ ਹੈ ਕਿ ਚਿੱਤ ਕੀ ਚਿੰਤਾ ਦੇਤ ਮਿਟਾਈ ਹਿਰਦੈ ਸੰਤੋਸ਼ ਕਰੇ ਸੁਖਦਾਈ ਕਰਿਓ ਸੁਖਾ ਦੁਖ ਹਰਬੇ ਹੇਤ ਛਕੈ ਖਾਲਸਾ ਮਿਰਚ ਸਮੇਤ। ਕਿ ਗੁਰੂ ਗੋਬਿੰਦ ਸਿੰਘ ਆਖਦੇ ਨੇ ਕਿ ਸੁੱਖੇ ਦੀ ਬਦੌਲਤ ਭੰਗ ਦੇ ਨਸ਼ੇ ਦੀ ਵਰਤੋਂ ਕਰਨ ਦੇ ਨਾਲ ਮਨੁੱਖ ਦੇ ਚਿੱਤ ਦੀ ਚਿੰਤਾ ਜਿਹੜੀ ਹੈ ਮਿਟ ਜਾਂਦੀ ਹੈ। ਕਿਸੇ ਮਨੁੱਖ ਨੇ ਆਪਣੇ ਚਿੱਤ ਦੀ ਚਿੰਤਾ ਦੂਰ ਕਰਨੀ ਹੋਵੇ ਤੇ ਉਹ ਭੰਗ ਦੇ ਨਸ਼ੇ ਦੀ ਵਰਤੋਂ ਕਰੇ। ਤੇ ਸੰਤੋਖ ਸਿੰਘ ਕਹਿੰਦਾ ਬਸ ਫਿਰ ਉਸ ਦਿਨ ਤੋਂ ਜਿਹੜਾ ਖਾਲਸਾ ਸੀ ਇਸ ਦੇ ਵਿੱਚ ਕਾਲੀਆਂ ਮਿਰਚਾਂ ਰਗੜ ਰਗੜ ਕੇ ਇਸ ਦੀ ਵਰਤੋਂ ਜਿਹੜੀ ਹੈ ਉਹ ਕਰਨ ਲੱਗ ਪਿਆ। ਹੋਣ ਲੱਗੀ ਤਬ ਦੇਗ ਮਸਾਲਾ ਸ਼ਕੈ ਸਿੰਘ ਕੋ ਇੱਕ ਦਵੈ ਕਾਲਾ। ਉਸੇ ਦਿਨ ਤੋਂ ਜਿਹੜੀ ਸੁੱਖੇ ਦੀ ਦੇਗ ਜਿਹੜੀ ਸੀ ਉਹ ਤਿਆਰ ਹੋਣੀ ਸ਼ੁਰੂ ਹੋ ਗਈ। ਤੇ ਸਿੱਖ ਜਿਹੜੇ ਸਨ, ਕੋਈ ਸਿੱਖ ਇੱਕ ਵੇਲੇ ਸੁੱਖਾ ਪੀਂਦਾ ਹੈ, ਭੰਗ ਪੀਂਦਾ ਹੈ, ਤੇ ਕੋਈ ਸਿੱਖ ਜਿਹੜਾ ਹੈ ਉਹ 2 ਵੇਲੇ ਇਸ ਭੰਗ ਦੀ ਵਰਤੋਂ ਕਰਨ ਲੱਗ ਪਿਆ। ਫਿਰ ਕਹਿੰਦੇ ਨੇ ਜਿੱਥੋਂ ਫਿਰ ਅਗਾਂਹ ਜਾ ਕੇ ਇਸ ਪ੍ਰਚਾਰਕ ਨੇ ਕਥਾ ਸ਼ੁਰੂ ਕੀਤੀ, ਇੱਥੋਂ ਤੱਕ ਦਾ ਪ੍ਰਸੰਗ ਜਿਹੜਾ ਹੈ ਇਸ ਪ੍ਰਚਾਰਕ ਨੇ ਇਹਦੇ ਵਿੱਚੋਂ ਛੱਡ ਦਿੱਤਾ ਤੇ ਅਗਾਂਹ ਕੀ ਆਖ ਦਿੱਤਾ ਕਿ ਪਹੁੰਚੈ ਨਿਕਟ ਗੁਰੂ ਕੇ ਫੇਰ ਬਿਰਤ ਟਿਕਾਵੇਂ ਦਰਸ਼ਨ ਹੇਰ। ਅਰਥ ਇਹਦੇ ਇਹ ਕਰ ਦਿੱਤੇ ਕਿ ਸਿੱਖ ਗੁਰੂ ਦੇ ਕੋਲ ਜਾਂਦੇ ਨੇ, ਗੁਰੂ ਦੇ ਦਰਸ਼ਨ ਕਰਦੇ ਨੇ ਤੇ ਗੁਰੂ ਦੇ ਦਰਸ਼ਨ ਕਰਕੇ ਸਿੱਖਾਂ ਦੀ ਬਿਰਤੀ ਟਿਕ ਜਾਂਦੀ ਹੈ। ਫਿਰ ਅਗਲੀਆਂ ਪੰਕਤੀਆਂ ਪੜ੍ਹ ਦਿੱਤੀਆਂ ਕਿ ਮਾਰ ਬਕਾਰਾ ਦਿਨ ਪ੍ਰਤ ਦੋਨਾ ਦਿੱਲੀ ਲੂਟੋ ਲਵਪੁਰ ਸੋਨਾ। ਮਾਰ ਬਕਾਰਾ ਦਿਨ ਪ੍ਰਤ ਦੋਨਾ, ਇਹਦੇ ਅਰਥ ਕੀਤੇ ਕਿ ਸਿੱਖ ਜਕਾਰੇ ਵਜਾਉਂਦੇ ਨੇ ਤੇ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਪਾਤਸ਼ਾਹ ਅਸੀਂ ਦਿੱਲੀ ਲੁੱਟ ਲਵਾਂਗੇ, ਅਸੀਂ ਲਾਹੌਰ ਨੂੰ ਸੁੰਨਾ ਕਰ ਦਿਆਂਗੇ। ਜਦ ਕਿ ਅਸਲੀਅਤ ਇਹ ਹੈ, ਸੰਤੋਖ ਸਿੰਘ ਜੋ ਕੁਝ ਲਿਖ ਰਿਹਾ ਹੈ ਕਿ ਸਿੱਖ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਜਦੋਂ ਚਾਹੀਏ ਦਿੱਲੀ ਲੁੱਟ ਸਕਦੇ ਹਾਂ, ਜਦੋਂ ਚਾਹੀਏ ਲਾਹੌਰ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਇਹ ਪ੍ਰਚਾਰਕ ਇਸ ਕਥਾ ਦੇ ਵਿੱਚ ਜਦੋਂ ਪੂਰੀ ਤੁਸੀਂ 1 ਘੰਟੇ ਦੀ ਉਸ ਦੀ ਉਹ ਕਥਾ 6 ਸਤੰਬਰ ਦੀ ਸੁਣੋਗੇ, ਪਤਾ ਚੱਲੇਗਾ ਇਸ ਸਾਰੇ ਕੁਝ ਨੂੰ ਕਹਿ ਰਿਹਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਖਾਲਸੇ ਨੂੰ ਛਕਾਏ ਹੋਏ ਅੰਮ੍ਰਿਤ ਦੀ ਬਰਕਤ ਹੈ।
ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਵਡਿਆਈ ਹੈ ਕਿ ਖਾਲਸਾ ਗੁਰੂ ਦੇ ਦੀਦਾਰ ਕਰਕੇ, ਖਾਲਸਾ ਅੰਮ੍ਰਿਤ ਛਕ ਕੇ ਇੰਨੇ ਵਿਸ਼ਵਾਸ ਦੇ ਨਾਲ, ਇੰਨੀ ਬਹਾਦਰੀ ਦੇ ਨਾਲ, ਇੰਨੀ ਦ੍ਰਿੜਤਾ ਦੇ ਨਾਲ ਭਰ ਗਿਆ ਕਿ ਸਤਿਗੁਰਾਂ ਨੂੰ ਕਹਿੰਦਾ ਪਾਤਸ਼ਾਹ ਦਿੱਲੀ ਲਾਹੌਰ ਜਦੋਂ ਚਾਹੀਏ ਅਸੀਂ ਲੁੱਟ ਸਕਦੇ ਹਾਂ। ਉਹਨਾਂ ਬੋਲਾਂ ਦਾ ਜ਼ਿਕਰ ਕਰਦਾ ਜਿਹੜੇ ਬੋਲ ਸਾਡੇ ਇਤਿਹਾਸ ਦੇ ਅੰਦਰ ਪ੍ਰਚਲਿਤ ਹੋਏ ਵੀ ਸਿੱਖ ਆਖਿਆ ਕਰਦੇ ਸਨ ਵੀ ਜਿਹੋ ਜੀ ਮਾਰੀ ਬਿੱਲੀ ਉਹੋ ਜੀ ਜਿੱਤੀ ਦਿੱਲੀ, ਕਿ ਦਿੱਲੀ ਨੂੰ ਜਿੱਤਣਾ ਤੇ ਬਿੱਲੀ ਨੂੰ ਮਾਰਨਾ ਸਾਡੇ ਵਾਸਤੇ ਇੱਕ ਸਮਾਨ ਹੈ। ਜਿਵੇਂ ਬਿੱਲੀ ਨੂੰ ਮਾਰਨਾ ਸਧਾਰਨ ਹੈ, ਇਸੇ ਤਰੀਕੇ ਦੇ ਨਾਲ ਦਿੱਲੀ ਦੇ ਉੱਤੇ ਕਬਜ਼ਾ ਕਰਨਾ ਵੀ ਸਾਡੇ ਵਾਸਤੇ ਬਿਲਕੁਲ ਸਧਾਰਨ ਹੈ। ਤੇ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਹ ਅੰਮ੍ਰਿਤ ਦੀ ਸ਼ਕਤੀ ਸੀ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਮਿਹਰ ਦੀ ਸ਼ਕਤੀ ਸੀ। ਪਰ ਜਿਸ ਗ੍ਰੰਥ ਦੀ ਕਥਾ ਕੀਤੀ ਜਾ ਰਹੀ ਹੈ ਉਸ ਗ੍ਰੰਥ ਦੇ ਵਿੱਚ ਇਹ ਲਿਖਿਆ ਕਿ ਸਿੱਖ ਜਿਹੜੇ ਭੰਗ ਪੀ ਕੇ, ਸੁੱਖਾ ਪੀ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਾਸ ਆਉਂਦੇ ਨੇ, ਉਹ ਸੁੱਖੇ ਦੀ ਲੋਰ ਦੇ ਵਿੱਚ, ਭੰਗ ਦੇ ਨਸ਼ੇ ਦੀ ਲੋਰ ਦੇ ਵਿੱਚ ਇਹੋ ਜਿਹੇ ਬਕਾਰੇ ਮਾਰਦੇ ਨੇ, ਜਕਾਰੇ ਨਹੀਂ। ਇੱਥੇ ਸ਼ਬਦ ਲਿਖਿਆ ਬਕਾਰਾ, ਮਾਰ ਬਕਾਰਾ ਦਿਨ ਪ੍ਰਤ ਦੂਨਾ, ਦਿੱਲੀ ਲੂਟੋ ਲਵਪੁਰ ਸੁਨਾ, ਕਿ ਸਿੱਖ ਨਸ਼ੇ ਦੀ ਲੋਰ ਦੇ ਵਿੱਚ, ਭੰਗ ਸੁੱਖੇ ਦੇ ਨਸ਼ੇ ਦੀ ਲੋਰ ਦੇ ਵਿੱਚ ਆਣ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਆਖਦੇ ਹਨ ਕਿ ਪਾਤਸ਼ਾਹ ਹੁਕਮ ਕਰੋ, ਅਸੀਂ ਤੇ ਜਦੋਂ ਚਾਹੀਏ ਦਿੱਲੀ ਲੁੱਟ ਸਕਦੇ ਹਾਂ, ਅਸੀਂ ਤੇ ਜਦੋਂ ਚਾਹੀਏ ਲਾਹੌਰ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਸੋ ਇਹ ਜਿਹੜੀ ਇਹਨਾਂ ਸਾਡੇ ਆਖੇ ਜਾਂਦੇ ਇਤਿਹਾਸਕ ਗ੍ਰੰਥਾਂ ਦੀ ਸੱਚਾਈ ਹੈ, ਉਹ ਸੱਚਾਈ ਜਿਹੜੀ ਹੈ ਸਾਡੇ ਪ੍ਰਚਾਰਕਾਂ ਨੇ ਸੰਗਤ ਦੇ ਸਾਹਮਣੇ ਨਹੀਂ ਆਉਣ ਦਿੱਤੀ। ਇਹੀ ਕਾਰਨ ਜੇ ਅੱਜ ਜਦੋਂ ਕੋਈ ਇਹਨਾਂ ਗ੍ਰੰਥਾਂ ਦੀ ਸੱਚਾਈ ਸੰਸਾਰ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਲਿਆਉਣ ਦਾ ਯਤਨ ਕਰਦਾ ਹੈ, ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਫਤਵੇ ਜਿਹੜੇ ਹਨ ਜਾਰੀ ਕੀਤੇ ਜਾਂਦੇ ਹਨ। ਕਦੇ ਉਹਦੇ ਦੀਵਾਨਾਂ ਦੇ ਉੱਤੇ ਪਾਬੰਦੀ ਲਗਾਈ ਜਾਂਦੀ ਹੈ, ਕਦੇ ਉਹਨੂੰ ਛੇਕਣ ਛਕਾਉਣ ਤੱਕ ਦੇ ਡਰਾਵੇ ਧਮਕੀਆਂ ਜਿਹੜੀਆਂ ਹਨ ਉਹ ਦਿੱਤੀਆਂ ਜਾਂਦੀਆਂ ਹਨ, ਕਦੇ ਉਹਦੇ ਤੇ ਛਬੀਲਾਂ ਲਗਾਈਆਂ ਜਾਂਦੀਆਂ ਹਨ, ਕਦੇ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਕਦੇ ਗੰਦੀਆਂ ਤੋਂ ਗੰਦੀਆਂ ਗਾਲੀਆਂ ਜਿਹੜੀਆਂ ਹਨ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਪਰ ਮੈਂ ਫਿਰ ਬੇਨਤੀ ਦੁਹਰਾ ਦਿਆਂ, ਬੇਸ਼ੱਕ ਅੱਜ ਅਸੀਂ ਧੱਕਾ ਕਰਕੇ ਕਿਸੇ ਦੀ ਜ਼ਬਾਨ ਜਿਹੜੀ ਹੈ ਉਹ ਬੰਦ ਕਰਵਾ ਲਈਏ, ਪਰ ਯਾਦ ਰੱਖਿਓ ਇਹ ਗ੍ਰੰਥ ਹੁਣ ਦੁਨੀਆ ਦੇ ਹਰੇਕ ਮਨੁੱਖ ਦੀ ਪਹੁੰਚ ਦੇ ਘੇਰੇ ਵਿੱਚ ਆ ਚੁੱਕੇ ਹਨ। ਅੱਜ ਤੋਂ 40-50 ਸਾਲ ਪਹਿਲਾਂ ਇਹ ਗ੍ਰੰਥ ਛਪਦੇ ਵੀ ਨਹੀਂ ਸਨ। ਸ਼ਾਇਦ 1990-91 ਦੇ ਆਸ-ਪਾਸ ਭਾਸ਼ਾ ਵਿਭਾਗ ਨੇ ਇਹਨਾਂ ਨੂੰ ਦੁਬਾਰਾ ਛਾਪਿਆ ਸੀ। ਬੜੀ ਮੁਸ਼ਕਲ ਦੇ ਨਾਲ ਇਹ ਗ੍ਰੰਥ ਜਿਹੜੇ ਸਨ ਇਹ ਮਿਲਦੇ ਸਨ। ਆਮ ਕਰਕੇ ਗੁਰਦੁਆਰਿਆਂ ਦੇ ਵਿੱਚ ਜਾਂ ਕੇਵਲ ਪ੍ਰਚਾਰਕਾਂ ਦੇ ਕੋਲ ਹੁੰਦੇ ਸਨ, ਜਿਹੜੇ ਆਪਣੀ ਮਰਜ਼ੀ ਦੇ ਨਾਲ ਇਹਨਾਂ ਗ੍ਰੰਥਾਂ ਦੇ ਵਿੱਚੋਂ ਪ੍ਰਸੰਗ ਪੜ੍ਹ ਕੇ ਸੰਗਤਾਂ ਨੂੰ ਸੁਣਾਉਂਦੇ ਸਨ। ਪਰ ਅੱਜ ਇਹ ਜਿਹੜੇ ਗ੍ਰੰਥ ਨੇ ਸੋਸ਼ਲ ਮੀਡੀਆ ਹੋਣ ਦੇ ਕਾਰਨ ਹਰੇਕ ਮਨੁੱਖ ਦੀ ਪਹੁੰਚ ਦੇ ਘੇਰੇ ਦੇ ਵਿੱਚ ਹਨ, ਹਰੇਕ ਮਨੁੱਖ ਦੀ ਜੇਬ ਦੇ ਵਿੱਚ ਪਾਏ ਹੋਏ ਹਨ। ਤੇ ਜਦੋਂ ਇੱਕ ਪਾਸੇ ਅਸੀਂ ਭਾਈ ਸੰਤੋਖ ਸਿੰਘ ਦੀ ਵਡਿਆਈ ਕਰਨੀ ਹੈ, ਆਪਣੇ ਇਹਨਾਂ ਆਖੇ ਜਾਂਦੇ ਸੋ ਕਾਲਡ ਇਤਿਹਾਸਕ ਗ੍ਰੰਥਾਂ ਦੀ ਵਡਿਆਈ ਕਰਨੀ ਹੈ, ਤੇ ਜਦੋਂ ਸੰਸਾਰ ਦੇ ਲੋਕਾਂ ਨੇ, ਦੁਨੀਆ ਦੇ ਲੋਕਾਂ ਨੇ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਹੈ, ਅੱਜ ਦੇ ਨੌਜਵਾਨਾਂ ਨੇ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਹੈ, ਤੇ ਉਹਨਾਂ ਨੇ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਵੇਲੇ ਇਹਨਾਂ ਦੇ ਵਿੱਚ ਆਏ ਹੋਏ ਇਹਨਾਂ ਅਧਿਆਇਆਂ ਨੂੰ ਸਮੁੱਚੇ ਰੂਪ ਦੇ ਵਿੱਚ ਪੜ੍ਹਨਾ ਹੈ। ਜਿਸ ਤਰੀਕੇ ਦੇ ਨਾਲ ਪ੍ਰਚਾਰਕ ਚਲਾਕੀ ਖੇਡਦੇ ਹਨ, ਆਮ ਲੋਕਾਂ ਨੇ ਉਹ ਚਲਾਕੀ ਨਹੀਂ ਖੇਡਣੀ। ਆਮ ਮਨੁੱਖ ਨੇ ਇਸ ਗ੍ਰੰਥ ਨੂੰ ਪੜ੍ਹਨ ਵੇਲੇ ਇਹ ਪੰਕਤੀਆਂ ਜਿਹੜੀਆਂ ਹਨ ਸਕਿਪ ਨਹੀਂ ਕਰਨੀਆਂ। ਤੇ ਆਮ ਮਨੁੱਖਾਂ ਦੀ ਗੱਲ ਵੀ ਕੀ ਕਰੀਏ, ਅਸੀਂ ਦੇਖਦੇ ਹਾਂ ਜਿੰਨੇ ਨਿਹੰਗਾਂ ਦੇ ਡੇਰੇ ਹਨ ਜਾਂ ਜਿਹੜੇ ਪੰਜਾਬ ਤੋਂ ਬਾਹਰ ਦੇ ਤਖਤ ਨੇ, ਨਿਹੰਗਾਂ ਦੇ ਡੇਰਿਆਂ ਦੇ ਉੱਤੇ ਵੀ ਪੰਜਾਬ ਤੋਂ ਬਾਹਰ ਦੇ ਤਖਤ, ਖਾਸ ਕਰਕੇ ਹਜੂਰ ਸਾਹਿਬ ਆਦਿ ਜਿਹੜਾ ਤਖਤ ਹੈ, ਉੱਥੇ ਕਿਉਂਕਿ ਇਹਨਾਂ ਨਸ਼ਿਆਂ ਦੀ ਵਰਤੋਂ ਜਿਹੜੀ ਹੈ ਆਮ ਕੀਤੀ ਜਾਂਦੀ ਹੈ। ਹਰ ਰੋਜ਼ 2-2 ਵਾਰੀ ਸੁੱਖਾ ਰਗੜ ਕੇ ਭੰਗ ਤਿਆਰ ਕਰਕੇ ਉਸ ਭੰਗ ਦਾ, ਉਸ ਸੁੱਖੇ ਦਾ ਬਲਕਿ ਗੁਰੂ ਸਾਹਿਬ ਜੀ ਨੂੰ ਭੋਗ ਲਗਵਾਇਆ ਜਾਂਦਾ ਹੈ, ਅਰਦਾਸ ਕੀਤੀ ਜਾਂਦੀ ਹੈ। ਜੇ ਅੱਜ ਅਸੀਂ ਆਖਦੇ ਹਾਂ ਕਿ ਸਾਡੇ ਇਹਨਾਂ ਤਖਤਾਂ ਦੇ ਉੱਤੇ ਬਹੁਤ ਜ਼ਿਆਦੀਆਂ ਕੁਰੀਤੀਆਂ ਪ੍ਰਚਲਿਤ ਹੋ ਚੁੱਕੀਆਂ ਹਨ, ਮਨਮਤਾਂ ਪ੍ਰਚਲਿਤ ਹੋ ਚੁੱਕੀਆਂ ਹਨ,
ਤੇ ਉਹ ਫੈਲੀਆਂ ਹੋਈਆਂ ਮਨਮਤਾਂ ਦਾ ਕਾਰਨ, ਉਹਨਾਂ ਫੈਲੀਆਂ ਹੋਈਆਂ ਕੁਰੀਤੀਆਂ ਦਾ ਕਾਰਨ ਸਾਡੇ ਆਖੇ ਜਾਂਦੇ ਇਹ ਇਤਿਹਾਸਕ ਗ੍ਰੰਥ ਨੇ। ਕਿਉਂਕਿ ਜਦੋਂ ਉਹਨਾਂ ਅਸਥਾਨਾਂ ਦੇ ਉੱਤੇ ਇਹਨਾਂ ਇਤਿਹਾਸਕ ਗ੍ਰੰਥਾਂ ਦੀ ਕਥਾ ਹੋਵੇਗੀ, ਉਹਨਾਂ ਅਸਥਾਨਾਂ ਦੇ ਉੱਤੇ ਕਥਾ ਕਰਨ ਵੇਲੇ ਕਥਾਵਾਚਕ ਇਹਨਾਂ ਪੰਕਤੀਆਂ ਨੂੰ ਸਕਿਪ ਨਹੀਂ ਕਰਨਗੇ, ਨਹੀਂ ਕਰਦੇ। ਔਰ ਇਸੇ ਤਰੀਕੇ ਦੇ ਨਾਲ ਹੀ ਇਹ ਸਾਰੀਆਂ ਪੰਕਤੀਆਂ ਪੜ੍ਹਦੇ ਹਨ ਔਰ ਇਹ ਪੰਕਤੀਆਂ ਉਹਨਾਂ ਦੇ ਹੱਕ ਵਿੱਚ ਜਾਂਦੀਆਂ ਹਨ। ਉਹ ਆਪਣੀਆਂ ਕੁਰੀਤੀਆਂ ਨੂੰ ਜਸਟੀਫਾਈ ਕਰਦੇ ਹਨ ਕਿ ਦੇਖੋ ਇਤਿਹਾਸਕ ਗ੍ਰੰਥਾਂ ਦੇ ਅੰਦਰ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਸੁੱਖੇ ਦੀ, ਅਫੀਮ ਦੀ, ਇਹਨਾਂ ਨਸ਼ਿਆਂ ਦੀ ਵਰਤੋਂ ਕੀਤੀ ਔਰ ਗੁਰੂ ਸਾਹਿਬ ਜੀ ਨੇ ਆਪ ਇਹਨਾਂ ਨਸ਼ਿਆਂ ਦੀ ਵਰਤੋਂ ਜਿਹੜੀ ਹੈ ਉਹ ਖਾਲਸਾ ਪੰਥ ਦੇ ਅੰਦਰ ਪ੍ਰਚਲਿਤ ਕੀਤੀ। ਫਿਰ ਬੇਨਤੀ ਦੁਹਰਾਦੇ ਹਾਂ, ਅਸੀਂ ਇਹ ਕਹਿ ਕੇ ਪੱਲਾ ਨਹੀਂ ਛਡਾ ਸਕਦੇ ਕਿ ਕੁਝ ਕੁ ਗਲਤੀਆਂ ਇਹਨਾਂ ਗ੍ਰੰਥਾਂ ਦੇ ਵਿੱਚ ਹੋਣਗੀਆਂ। ਕੋਈ ਗਲਤੀ, ਕੋਈ ਤਾਰੀਖ ਦੀ ਗਲਤੀ ਹੋਵੇ, ਕਿਸੇ ਅਸਥਾਨ ਦੀ ਗਲਤੀ ਹੋਵੇ, ਕਿਸੇ ਨਾਮ ਦੀ ਗਲਤੀ ਹੋਵੇ, ਉਹ ਗਲਤੀਆਂ ਮੁਆਫ ਕੀਤੀਆਂ ਜਾ ਸਕਦੀਆਂ ਹਨ। ਪਰ ਜੇ ਗੁਰੂ ਸਾਹਿਬਾਨਾਂ ਦੀ ਸ਼ਖਸੀਅਤ ਦੇ ਉੱਤੇ, ਉਹਨਾਂ ਦੇ ਆਪਣੇ ਜੀਵਨ ਦੇ ਉੱਤੇ, ਉਹਨਾਂ ਦੇ ਆਪਣੇ ਆਚਰਣ ਦੇ ਉੱਤੇ ਦਾਗ ਲਗਾਏ ਗਏ ਹੋਣ, ਜੇ ਸਾਡੇ ਗੁਰੂ ਸਾਹਿਬਾਨਾਂ ਨੂੰ ਨਸ਼ੇੜੀ ਔਰ ਆਚਰਣ ਤੋਂ ਡਿਗੇ ਹੋਏ ਬਣਾ ਕੇ ਪੇਸ਼ ਕੀਤਾ ਜਾਏ ਤੇ ਬਦਲੇ ਦੇ ਵਿੱਚ ਭਾਵੇਂ ਸੈਂਕੜੇ, ਹਜ਼ਾਰਾਂ, ਲੱਖਾਂ ਸਿਫਤਾਂ ਵੀ ਗੁਰੂ ਸਾਹਿਬ ਜੀ ਦੀਆਂ ਕਰ ਦਿੱਤੀਆਂ ਜਾਵਣ, ਉਹ ਸਿਫਤਾਂ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਕਿਧਰੇ ਵੀ ਦੁਨੀਆ ਦੇ ਪੱਧਰ ਦੇ ਉੱਤੇ ਉੱਚਾ ਸਾਬਤ ਨਹੀਂ ਕਰ ਸਕਣਗੀਆਂ। ਸੋ ਧਿਆਨ ਦੇਈਏ ਇਸ ਪਾਸੇ ਵੱਲ, ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।